Hello and welcome my dear students to Mentor Daljeet's Tech Academy। JavaScript ਦੇ ਇਸ ਲੈਸਨ ਜੋ ਕਿ ਸਾਡਾ ਕੋਰਸ HTML CSS ਐਂਡ JavaScript ਦੇ ਅੰਦਰ ਹੈ ਇਸ ਦੇ ਅੰਦਰ ਅਸੀਂ ਅੱਜ ਕਵਰ ਕਰਾਂਗੇ ਲੈਸਨ 34। ਲੈਸਨ 34 ਚ we are going to cover very important jumping statements in JavaScript, break and continue। ਸੋ ਇਹ ਦੋ ਸਟੇਟਮੈਂਟਸ ਹੈ ਜਿਨ੍ਹਾਂ ਨੂੰ ਅਸੀਂ ਕਰਾਂਗੇ ਡਾਇਰੈਕਟਲੀ ਲੈਟਸ ਡਾਈਵ ਇਨਟੂ ਦ ਕੋਡ ਵਿੰਡੋ ਔਰ ਉਸ ਤੋਂ ਬਾਅਦ ਅਸੀਂ ਇਸ ਦੇ ਫਲੋ ਚਾਰਟ ਨੂੰ ਸਮਝਾਂਗੇ। ਸੋ ਆਈ ਹੈਵ ਸਟਾਰਟਡ VS ਕੋਡ ਔਰ ਇਹ ਹੈ ਜੋ ਅਸੀਂ ਲਾਸਟ ਟਾਈਮ ਤੇ ਆਪਣਾ ਲਾਸਟ ਲੈਸਨ ਦੇ ਵਿੱਚ ਲੂਪਸ ਦਾ ਪ੍ਰੋਗਰਾਮ ਕੀਤਾ ਸੀ, ਐਰੇਜ਼ ਔਰ ਫॉर ਈਚ ਨੂੰ ਸਮਝਿਆ ਸੀ। ਨਾਓ ਲੈਟਸ ਸਟਾਰਟ ਕ੍ਰੀਏਟਿੰਗ ਅ ਨਿਊ ਫਾਈਲ। ਅਸੀਂ ਪਹਿਲੀ ਫਾਈਲ ਜੋ ਹੈ ਲੂਪਸ ਵਾਲੀ ਆਈ ਐਮ ਗੋਇੰਗ ਟੂ ਕਲੋਜ਼ दैट फाइल in the JavaScript folder। I am going to create another file with the name .html और उसਦੇ ਹੀ script section ਦੇ ਅੰਦਰ ਅਸੀਂ ਆਪਣਾ ਕੋਡ ਲਿਖਾਂਗੇ। ਇਸ ਦਾ ਨਾਮ ਰੱਖ ਰਹੇ ਹਾਂ jumping.html ਔਰ jumping.html ਦੇ ਅੰਦਰ ਸਭ ਤੋਂ ਪਹਿਲੇ ਲੈ ਕੇ ਆਉਂਦੇ ਹਾਂ boilerplate exclamation mark and tab key as you all know ਔਰ head section ਦੇ ਅੰਦਰ ਅਸੀਂ ਆਪਣਾ script ਦਾ ਕੋਡ ਲਿਖਾਂਗੇ ਔਰ ਉਸ ਨੂੰ ਕਰਨ ਦੇ ਲਈ ਅਸੀਂ ਸਕ੍ਰਿਪਟ ਲਿਖ ਲਿਆ ਹੈ। here we will write our javascript code ਔਰ javascript ਦੇ ਇਸ ਕੋਡ ਦੇ ਅੰਦਰ we are going to understand break and continue statements। break and continue statements use ਹੁੰਦੀਆਂ ਨੇ basically looping statements ਦੇ ਅੰਦਰ। ਸੋ ਇਸ ਦਾ ਸਿੰਟੈਕਸ ਬਹੁਤ ਹੀ ਸਿੰਪਲ ਹੈ। ਸਿੰਪਲ ਬ੍ਰੇਕ ਲਿਖਣ ਦੇ ਲਈ we can use break ਔਰ continue ਲਿਖਣ ਦੇ ਲਈ ਅਸੀਂ simple continue ਲਿਖ ਸਕਦੇ ਹਾਂ। ਬਟ one by one let's start ਕਰਾਂਗੇ ਔਰ ਸਭ ਤੋਂ ਪਹਿਲੇ ਅਸੀਂ ਕਰਾਂਗੇ break statement only। ਸੋ break statement ਕਰਨ ਦੇ ਲਈ ਅਸੀਂ ਇੱਕ for loop ਬਣਾਉਂਦੇ ਹਾਂ ਔਰ ਉਸ ਦੇ ਅੰਦਰ ਉਸ ਨੂੰ use ਕਰਕੇ ਦੇਖਦੇ ਹਾਂ। let's take for loop variables ਨੂੰ print ਕਰਾਣਾ ਹੈ, numbers ਨੂੰ print ਕਰਾਣਾ ਹੈ that numbers are starting from number 1 ਔਰ ਉਸ ਨੂੰ ਅਸੀਂ print ਕਰਾਵਾਂਗੇ 10 ਤੱਕ। so less than equal to 10। so this is the condition ਕਿ ਜੋ numbers ਅਸੀਂ print ਕਰਾਣੇ ਨੇ ਉਹ 10 ਜਾਂ 10 ਤੋਂ less than ਹੋਣਗੇ ਔਰ ਉਸ ਤੋਂ ਬਾਅਦ next ਹੈ ਅਸੀਂ ਉਸ ਨੂੰ increment ਕਰਾਂਗੇ ਇੱਕ ਇੱਕ ਕਰਕੇ ਔਰ ਹਰ ਵਾਰ ਅਸੀਂ ਉਸ ਨੰਬਰ ਨੂੰ print ਕਰਾਉਂਦੇ ਜਾਵਾਂਗੇ। ਬਟ print ਕਰਾਉਣ ਤੋਂ ਪਹਿਲੇ ਇੱਕ ਕੰਡੀਸ਼ਨ ਅਸੀਂ ਲਗਾ ਰਹੇ ਹਾਂ। ਅਗਰ ਤੇ ਅਸੀਂ 5 ਹੋ ਗਿਆ ਸਾਡਾ ਨੰਬਰ ਫॉर एग्जांपल ਸੌਰੀ ਸੋ ਅਸੀਂ ਇੱਕ ਜਗ੍ਹਾ ਤੇ n ਯੂਜ਼ ਕੀਤਾ ਹੈ n++ ਔਰ ਅਗਰ ਸਾਡਾ ਨੰਬਰ ਜੋ ਹੈ n ਹੈ if n is equal to 5 ਅਗਰ ਅਸੀਂ 5 ਤੇ ਪਹੁੰਚ ਗਏ ਫਿਰ ਅਸੀਂ ਕੀ ਕਰਨਾ ਹੈ then I want ਕਿ break ਹੋ ਜਾਏ ਔਰ ਅਗਰ ਅਸੀਂ ਨਹੀਂ ਪਹੁੰਚੇ 5 ਨੰਬਰ ਤੇ then I want ਕਿ ਉਹ ਵੈਲਿਊ ਜੋ ਹੈ ਉਹ ਪ੍ਰਿੰਟ ਹੋ ਜਾਏ। so I will use console.log to print this number। so n ਦੀ ਵੈਲਿਊ ਨੂੰ ਅਸੀਂ ਪ੍ਰਿੰਟ ਕਰਾ ਦਾਂਗੇ। so this is if n is equal to 5 ਔਰ ਇਹਦੇ ਚ ਅਸੀਂ double is equal to use ਕੀਤਾ ਹੈ because we are going to compare these two numbers ਕਿ n ਦੇ ਵਿੱਚ ਕੀ ਸਟੋਰ ਹੈ। if this number is holding a value 5 ਔਰ ਫਿਰ ਅਸੀਂ break statement ਤੇ ਆ ਜਾएंगे ਔਰ ਇਸ ਤੋਂ ਬਾਅਦ ਅਸੀਂ we are going to print here something console.log we are I am out I'm out। so this is the value that we are going to print ਅਗਰ ਅਸੀਂ ਇਸ ਲੂਪ ਤੋਂ ਬਾਹਰ ਆ ਗਏ। so ਇਸ ਦੀ ਵਰਕਿੰਗ ਨੂੰ ਸਮਝਣ ਤੋਂ ਪਹਿਲੇ let's check the output। this is jumping.html file। script ਦੇ ਅੰਦਰ ਅਸੀਂ javascript ਦਾ ਕੋਡ ਲਿਖਿਆ ਹੈ ਔਰ ਬਹੁਤ ਹੀ ਸਿੰਪਲ ਕੋਡ ਹੈ। for statement ਅਸੀਂ ਆਲਰੇਡੀ ਕਰਕੇ ਦੇਖ ਚੁੱਕੇ ਹਾਂ। now let's check the output। console.log ਦੇ ਉੱਪਰ ਅਸੀਂ ਆਪਣਾ ਆਨਸਰ ਚੈੱਕ ਕਰਨ ਦੇ ਲਈ console ਦੇ ਉੱਪਰ ਪਹੁੰਚਾਂਗੇ inspect ਤੇ ਜਾ ਕੇ go to the console ਔਰ ਸਾਡੀ ਆਊਟਪੁੱਟ ਕੀ ਹੈ 1 2 3 4 I am out। so 5 ਨੰਬਰ ਜਦੋਂ ਹੀ ਆਇਆ ਉਸ ਟਾਈਮ ਤੇ ਆਊਟ ਹੋ ਗਿਆ। now let's have a look at its flowchart। so break statement ਦੇ ਵਿੱਚ ਕਿਸ ਤਰੀਕੇ ਨਾਲ ਕੰਮ ਹੁੰਦਾ ਹੈ ਜਦੋਂ ਸਾਡੇ ਕੋਲ ਕੰਡੀਸ਼ਨ ਜੋ ਵੀ ਅਸੀਂ ਕੰਡੀਸ਼ਨ ਲਗਾਈ ਸੀ for example in this case I have taken I is equal to 4। ਜਦੋਂ ਉਹ ਕੰਡੀਸ਼ਨ ਟਰੂ ਹੋ ਜਾਏਗੀ ਉਸ ਟਾਈਮ ਤੇ ਅਗਰ ਬ੍ਰੇਕ ਆਏਗਾ ਤੇ ਲੂਪ ਖਤਮ ਹੋ ਜਾਂਦੀ ਹੈ ਚਾਹੇ ਉਸ ਦੇ ਵਿੱਚ ਸਾਡੇ ਕੋਲ ਆਪਸ਼ਨ ਸੀ ਕਿ ਅਸੀਂ 5 6 7 8 9 10 ਤੱਕ ਜਾਂਦੇ। ਕੰਡੀਸ਼ਨ ਵਾਸ देयर ਬਟ ਅਸੀਂ ਉਸ ਲੂਪ ਤੋਂ ਬਾਹਰ ਆ ਗਏ ਜਦੋਂ ਹੀ ਕੰਡੀਸ਼ਨ ਉਸ ਸਟੇਟਮੈਂਟ ਤੇ ਪਹੁੰਚੀ। so this is how break statement works। break statement is basically used inside looping statement switch case statement। so ਇਸ ਤਰੀਕੇ ਨਾਲ ਅਸੀਂ ਉਸ ਨੂੰ ਯੂਜ਼ ਕਰ ਸਕਦੇ ਹਾਂ। so ਇਸ ਦਾ ਬੇਸਿਕਲੀ ਮੇਨ ਪਰਪਸ ਕੀ ਹੈ ਕਿ ਅਸੀਂ ਲੂਪ ਦੇ ਵਿੱਚੋਂ ਐਗਜ਼ਿਟ ਹੋ ਜਾਵਾਂਗੇ ਜਦੋਂ ਵੀ ਕੋਈ ਕੰਡੀਸ਼ਨ ਜੋ ਹੈ ਉਹ ਮੀਟ ਕਰ ਜਾਏਗੀ। so when this condition is met we will come out from that loop ਚਾਹੇ ਉਸ ਲੂਪ ਦੇ ਅੰਦਰ ਕਾਫੀ ਕੰਡੀਸ਼ਨਸ ਜੋ ਸੀ ਉਹ ਕੰਟੀਨਿਊ ਕਰਨ ਵਾਲੀਆਂ ਪਈਆਂ ਹੋਈਆਂ ਸੀ। ਸੋ ਬ੍ਰੇਕ ਨੂੰ ਯੂਜ਼ ਕਰਨ ਦੇ ਲਈ ਮੈਂ ਇੱਕ ਪ੍ਰਾਈਮ ਨੰਬਰ ਦਾ ਪ੍ਰੋਗਰਾਮ ਕਰਾਂਗੀ ਫॉर एग्जांपल ਕਿ I want to check whether a number is prime or not। so let's assume that number is 13। so what I will do is we'll start from 2
and start dividing that number while we don't reach at that number. So ਅਸੀਂ ਉਸ ਨੰਬਰ ਨੂੰ ਤਦ ਤੱਕ ਡਿਵਾਈਡ ਕਰਦੇ ਜਾਵਾਂਗੇ. So let's assume if you want to divide number with n and we will check ਅਗਰ ਇਸ ਨੂੰ ਡਿਵਾਈਡ ਕਰਨ ਤੋਂ ਬਾਅਦ ਸਾਡਾ ਜੋ ਰਿਮਾਈਂਡਰ ਹੈ, so it means if we will use here this symbol, percentage symbol, which tells us the remainder. So agar sada jo remainder hai, if this is 0, it means that number has got divided before the actual number. ਅਗਰ ਤੇ ਅਸੀਂ ਇਸ ਦੇ ਵਿੱਚ ਆ ਗਏ ਤੇ ਉਸ ਤੋਂ ਬਾਅਦ ਅਸੀਂ ਪ੍ਰਿੰਟ ਕੀ ਕਰਾਂਗੇ, ਉਸ ਤੋਂ ਬਾਅਦ ਅਸੀਂ ਲੂਪ ਚੋਂ ਬਾਹਰ ਆ ਜਾਾਂਗੇ ਔਰ ਲੂਪ ਤੋਂ ਬਾਅਦ ਆ ਕੇ ਅਸੀਂ ਚੈੱਕ ਕਰਾਂਗੇ ਕਿ when we have come out of that number. ਅਗਰ ਨਹੀਂ ਆਏ ਤੇ ਫਿਰ ਅਸੀਂ ਇਸ ਲੂਪ ਦੇ ਅੰਦਰ ਹੀ ਕੰਟੀਨਿਊ ਰਹਾਂਗੇ. So what we will do ਕਿ ਅਗਰ ਤੇ ਨੰਬਰ 0 ਆ ਗਿਆ ਉਸ ਤੋਂ ਬਾਅਦ ਅਸੀਂ ਲੂਪ ਚੋਂ ਬਾਹਰ ਨਿਕਲ ਜਾਾਂਗੇ ਔਰ ਲੂਪ ਚੋਂ ਬਾਹਰ ਆ ਕੇ we will check whether this number is equal to n or not. What is the reason to come out from this loop? Is this loop has been finished or ਸਾਡੀ ਜੋ ਕੰਡੀਸ਼ਨ ਹੈ ਉਹ ਬ੍ਰੇਕ ਹੋ ਗਈ ਹੈ. ਸੋ ਇਸ ਲੂਪ ਚੋਂ ਅਸੀਂ ਦੋ ਹੀ ਕੇਸਿਸ 'ਚ ਬਾਹਰ ਆਵਾਂਗੇ. ਇੱਕ ਤੇ ਉਹ ਕੇਸ ਹੋਏਗਾ ਕਿ ਜਦੋਂ ਸਾਡੀ n ਦੀ ਵੈਲਿਊ ਇਸ ਨੰਬਰ ਦੇ ਇਕੁਅਲ ਆ ਗਈ ਔਰ ਉਹ ਤਾਂ ਆਏਗੀ ਅਗਰ ਸਾਡੀ ਡਿਵੀਜ਼ਨ ਜੋ ਹੈ ਕਿਤੇ ਵੀ ਇਨ ਬਿਟਵੀਨ ਨਹੀਂ ਹੋਈ. ਔਰ ਅਗਰ ਇਸ ਤਰ੍ਹਾਂ ਦਾ ਕੇਸ ਆਂਦਾ ਹੈ, ਇਟ ਮੀਨਸ ਦਿਸ ਨੰਬਰ ਇਜ਼ ਅ ਪ੍ਰਾਈਮ ਨੰਬਰ. ਸੋ ਦੈਨ ਵੀ ਵਿਲ ਪ੍ਰਿੰਟ ਹੇਅਰ ਦਿਸ ਇਜ਼ ਪ੍ਰਾਈਮ ਨੰਬਰ. ਔਰ ਅਗਰ ਇਹ ਇਸ ਕੇਸ 'ਚ ਨਹੀਂ ਆਇਆ ਫਿਰ ਸਾਡਾ ਨੰਬਰ ਕੀ ਹੈ, ਦਿਸ ਇਜ਼ not prime. ਔਰ ਇਟ ਮੀਨਸ ਕਿ ਅਗਰ ਅਸੀਂ ਇਸ ਤੋਂ ਪਹਿਲੇ ਹੀ ਬਾਹਰ ਆ ਗਏ ਹਾਂ, ਸਾਡਾ ਨੰਬਰ ਜੋ ਸੀ ਉਹ n ਦੇ ਇਕੁਅਲ ਨਹੀਂ ਹੈ, then this is not prime number. I hope you understand the logic. So ਇਸ ਦੇ ਵਿੱਚ ਅਸੀਂ ਨੰਬਰ ਕੋਈ ਵੀ ਲੈ ਰਹੇ ਹਾਂ ਔਰ ਉਸ ਤੋਂ ਬਾਅਦ ਅਸੀਂ ਉਸ ਨੂੰ ਚੈੱਕ ਕਰ ਰਹੇ ਹਾਂ whether it is prime or not. Now let's check the output. So n is not defined. What we have done, so we have written L number, let n is equal to 2. Okay, this has been declared inside this, so let me declare it outside this. So if we have declared it outside it, then we can also mention it like this. We can also leave it empty or we can re-mention it. Let's check. This is prime number. So output ਦੇ ਵਿੱਚ ਕੀ ਆ ਗਿਆ ਹੈ ਕਿ this is a prime number. So now if we change the number to some not prime number. So let's assume ਕਿ ਹੁਣ ਮੈਂ ਇਸ ਵਾਰ n ਦੀ value ਜੋ ਹੈ, let's assume I have done it to change it to 14. So ਅਗਰ ਅਸੀਂ ਇਸ ਨੂੰ 14 ਤੇ change ਕਰ ਦਿੱਤਾ and then let's check the output. This is not prime ਕਿਉਂਕਿ ਜਦੋਂ ਅਸੀਂ 14 ਲੈ ਕੇ ਚੱਲਾਂਗੇ 14 divided by 2, this is 0, remainder is 0. ਉਸ ਦਾ remainder 0 ਆ ਜਾਏਗਾ ਔਰ ਅਸੀਂ ਇਸ ਲੂਪ ਚੋਂ ਬਾਹਰ ਆ ਜਾਵਾਂਗੇ. ਔਰ ਜਦੋਂ ਇੱਥੇ ਚੈੱਕ ਹੋਏਗਾ ਕਿ ਅਸੀਂ ਲੂਪ ਚੋਂ ਬਾਹਰ ਕਿਉਂ ਆਏ ਹਾਂ, ਕਿ ਇਹ ਲਾਸਟ ਨੰਬਰ ਸੀ, no, this was not the last number because we have got this number got divided before 14. So अगर ये नहीं है तो इसका मतलब this is not prime. और अगर ये नंबर लास्ट ते जाके डिवाइड हुंदा, अपने आप दे नाल ही डिवाइड हुंदा, then it was a prime number. So this is how we can check, how we can use break statement. Sometimes when we want to come out of that loop, ਜਦੋਂ ਅਸੀਂ ਉਸ loop ਚੋਂ ਬਾਹਰ ਆ ਜਾਣਾ ਚਾਹੁੰਦੇ ਹਾਂ, ਉਸ time ਤੇ ਅਸੀਂ use ਕਰਾਂਗੇ break statement to. I hope this statement is clear. Now we will understand what is continue statement. So continue statement ਨੂੰ ਕਰਨ ਦੇ ਲਈ let's go to the first part of the code ਜੋ ਅਸੀਂ starting ਦੇ ਵਿੱਚ ਕੀਤਾ ਸੀ, ਜਿਸ ਤਰੀਕੇ ਨਾਲ for loop ਲਗਾਈ ਸੀ ਔਰ for loop ਦੇ ਵਿੱਚ ਅਸੀਂ let's assume ਇੱਕ number ਲੈ ਲਿਆ, let I is equal to 1 or I is less than equal to 10. same code ਜੋ ਅਸੀਂ first examples ਦੇ ਅੰਦਰ ਲਿਖਿਆ ਸੀ, I'm going to write the same code. ਬਸ ਉਸ ਦੇ ਵਿੱਚ ਅਸੀਂ break ਦੀ ਜਗ੍ਹਾ ਤੇ continue ਲਿਖਾਂਗੇ. So ਇਸ ਕੇਸ ਦੇ ਵਿੱਚ ਅਸੀਂ ਕੀ ਕਰਨਾ ਹੈ ਕਿ if I is equal to 5, ਅਗਰ ਤੇ ਨੰਬਰ 5 ਹੋ ਜਾਏ ਉਸ ਤੋਂ ਬਾਅਦ ਅਸੀਂ ਕੀ ਪ੍ਰਿੰਟ ਕਰਾਂਗੇ, ਅਸੀਂ ਲਿਖਾਂਗੇ continue ਔਰ continue ਤੋਂ ਬਾਅਦ ਵਿੱਚ ਅਸੀਂ ਪ੍ਰਿੰਟ ਕਰ ਰਹੇ ਹਾਂ ਕੰਸੋਲ ਦੇ ਉੱਪਰ console.log ਨੰਬਰ ਦੀ ਵੈਲਿਊ. ਸੋ ਉਸ ਤੋਂ ਬਾਅਦ ਅਸੀਂ ਲੂਪ ਤੋਂ ਬਾਹਰ ਆ ਕੇ ਲਿਖਿਆ ਸੀ I am out now. तो सेम चीज ਹੁਣ ਕਰਾਂਗੇ. ਇਸ ਤੋਂ ਬਾਅਦ ਅਸੀਂ ਲਿਖ ਰਹੇ ਹਾਂ I am out now. ਅਸੀਂ ਦੇਖਣਾ ਹੈ ਕਿ ਇਹ ਕਿਸ ਤਰੀਕੇ ਨਾਲ ਕੰਮ ਕਰਦੀ ਹੈ. ਸੋ ਸੇਮ 1 ਤੋਂ ਲੈ ਕੇ 10 ਤੱਕ ਨੰਬਰਸ ਪ੍ਰਿੰਟ ਕੀਤੇ ਆ. ਜਦੋਂ 5 ਹੈ ਉਸ ਤੋਂ ਬਾਅਦ ਅਸੀਂ ਕੰਟੀਨਿਊ ਲਿਖ ਦਿੱਤਾ. ਸੋ ਬ੍ਰੇਕ ਦੇ ਕੇਸ 'ਚ ਕੀ ਹੋਇਆ ਸੀ ਕਿ ਜਦੋਂ 5 ਆ ਗਿਆ ਉਸ ਤੋਂ ਬਾਅਦ ਚਾਹੇ ਸਟੇਟਮੈਂਟਸ ਪਈਆਂ ਸੀ ਬਟ ਉਹ ਐਗਜ਼ੀਕਿਊਟ ਨਹੀਂ ਹੋਈਆਂ. ਉਹਨੇ 1 ਤੋਂ ਲੈ ਕੇ 4 ਤੱਕ ਹੀ ਵੈਲਿਊਜ਼ ਨੂੰ ਪ੍ਰਿੰਟ ਕਰਾਇਆ. ਇਸ ਕੇਸ 'ਚ ਆਊਟਪੁੱਟ ਕੀ ਆਏਗੀ? ਐਨੀ ਗੈਸਸ? ਯੈਸ, you can make any guess. Write in the comment box right now and check the output. ਕੀ ਤੁਹਾਡਾ ਆਨਸਰ ਮੈਚ ਹੋਇਆ ਕਿ ਨਹੀਂ ਹੋਇਆ? Let's check. So answer ਕੀ ਆ ਰਿਹਾ ਹੈ? Oh, 1 2 3 4. Watch carefully.
ਸੋ ਇਸ ਕੇਸ ਦੇ ਵਿੱਚ ਤੁਸੀਂ ਕੀ ਦੇਖਣਾ ਹੈ ਕਿ ਜੋ ਸਾਡੀ ਆਊਟਪੁੱਟ ਹੈ 1 2 3 that 5 number has been skipped ਉਸ ਟਾਈਮ ਤੇ ਸਿਰਫ ਉਹ ਪਾਰਟਿਕੂਲਰ ਸਟੇਟਮੈਂਟ ਜਿੱਥੇ ਕੰਡੀਸ਼ਨ ਟਰੂ ਸੀ ਉਹ ਬਾਈਪਾਸ ਕਰ ਰਹੀ ਹੈ ਬਾਕੀ ਸਟੇਟਮੈਂਟਸ ਨੂੰ ਔਰ 6 7 8 9 10 ਨਾਰਮਲੀ ਚੱਲ ਕੇ ਫਿਰ ਆ ਰਿਹਾ ਆਈ ਐਮ ਆਊਟ ਨਾਓ ਹੁਣ ਇਸ ਦੀ ਵਰਕਿੰਗ ਨੂੰ ਫਲੋ ਚਾਰਟ ਦੇ ਥਰੂ ਦੇਖਦੇ ਹਾਂ ਸੋ ਫਲੋ ਚਾਰਟ ਦੇਖਦੇ ਹਾਂ ਕੰਟੀਨਿਊ ਸਟੇਟਮੈਂਟ ਦਾ ਅਗਰ ਤੇ ਸਾਡੇ ਕੋਲ ਕੰਡੀਸ਼ਨ ਜੋ ਵੀ ਅਸੀਂ ਲਿਖਦੇ ਹਾਂ ਫॉर एग्जांपल ਮਾਈ ਕੰਡੀਸ਼ਨ ਵਾਸ ਇਫ i is equal to 5 ਔਰ ਅਗਰ ਇਹ ਟਰੂ ਹੈ ਤੇ ਕੰਟੀਨਿਊ ਕਰਾਂਗੇ ਕੰਟੀਨਿਊ ਦਾ ਮਤਲਬ ਕੀ ਹੈ ਕਿ ਅਸੀਂ ਜੋ ਸਟੇਟਮੈਂਟ ਸੀ ਪ੍ਰਿੰਟ ਵਾਲੀਆਂ we are going to bypass those statements ਔਰ ਉਸ ਤੋਂ ਬਾਅਦ ਅਸੀਂ ਲੂਪ ਦੀ ਨੈਕਸਟ ਆਈਟਰੇਸ਼ਨ ਤੇ ਪਹੁੰਚ ਜਾਣਾ ਹੈ ਔਰ ਅਗਰ ਇਹ ਕੰਡੀਸ਼ਨ ਫਾਲਸ ਹੈ ਫਿਰ ਅਸੀਂ ਪ੍ਰਿੰਟ ਕਰਕੇ ਉਸ ਤੋਂ ਬਾਅਦ ਵਿੱਚ ਆਈਟਰੇਸ਼ਨ ਚ ਕੰਟੀਨਿਊ ਕਰਨਾ ਹੈ ਇਟ ਬਾਈਪਾਸ ਆਲ ਦ ਸਟੇਟਮੈਂਟਸ ਜੋ ਵੀ ਫॉर ਲੂਪ ਦੇ ਵਿੱਚ ਬਾਅਦ ਵਿੱਚ ਹੋਏਗਾ ਕੰਟੀਨਿਊ ਆਉਣ ਤੋਂ ਬਾਅਦ ਉਹ ਸਾਰੇ ਦੀਆਂ ਸਾਰੀਆਂ ਸਟੇਟਮੈਂਟਸ ਬਾਈਪਾਸ ਹੋ ਜਾਣਗੀਆਂ ਔਰ ਅਸੀਂ next iteration ਤੇ ਪਹੁੰਚ ਜਾਵਾਂਗੇ I hope this break and continue statement how they work their working is clear to you and you will start making programs using these statements and you will try to explore them ਔਰ ਕਿਹੜੇ ਪ੍ਰੋਗਰਾਮ ਨੂੰ ਤੁਸੀਂ ਟਰਾਈ ਕਰ ਰਹੇ ਹੋ using break and continue please do mention in the comment box see you in the next lesson ਜਿਸ ਦੇ ਵਿੱਚ ਅਸੀਂ ਜਾਵਾਸਕ੍ਰਿਪਟ ਨੂੰ ਹੋਰ ਡਿਟੇਲ ਦੇ ਵਿੱਚ ਕਰਾਂਗੇ thanks for watching have a nice day